आप तो यहाँ बैठे हो आराम से, लेकिन लोग जलेंगे हिंदुस्तान के अंदर। अगर आग लगाई आपनी है तो जलो भी आप। यूके और कनेडा ਦੇ ਵਿੱਚ ਬਹੁਤ ਸਾਰੇ ਰਾਜ ਦੇ ਔਰ ਆਰਐਸਐਸ ਦੇ ਲੋਕ ਐਕਟਿਵ ਹੈ ਗਰਾਊਂਡ ਲੈਵਲ ਤੇ ਔਰ ਉਹ ਸਾਡੇ ਹੀ ਭੇਸ ਦੇ ਵਿੱਚ ਹੈ। ਇਹ ਹਰਮਨ ਸਿੰਘ ਜੋ ਹੈ ਕਪੂਰ, ਇਹ ਅਫਗਾਨੀ ਨਾਗਰਿਕ ਹੈ। ਇਹ ਅਫਗਾਨਿਸਤਾਨ ਚੋਂ ਆਇਆ। ਪਹਿਲੇ ਅਫਗਾਨਿਸਤਾਨ ਦੇ ਵਿੱਚ ਵੀ ਇਹਦਾ ਰਾਜ ਨਾਲ ਕੰਟੈਕਟ ਹੋਇਆ, ਫਿਰ ਇਹ ਅਫਗਾਨਿਸਤਾਨ ਚੋਂ ਆ ਗਿਆ ਔਰ ਦਿੱਲੀ ਦੇ ਵਿੱਚ ਪੜ੍ਹਾਈ ਲਿਖਾਈ ਕਰਕੇ ਇੱਥੋਂ ਯੂਕੇ ਚਲਾ ਗਿਆ। ਜਾਣੀ ਕਿ ਇਹ ਕਹਿ ਸਕਦੇ ਹੋ ਕਿ ਰਾਜ ਦਾ ਪਲਾਂਟ ਕੀਤਾ ਹੋਇਆ ਯੂਕੇ ਦੇ ਵਿੱਚ ਇੱਕ ਗਰਾਊਂਡ ਏਜੰਟ ਹੈ ਔਰ ਆਰਐਸਐਸ ਦਾ ਸਰਗਰਮ ਮੈਂਬਰ ਹੈ। ਮਤਲਬ ਅੰਦਰ ਖਾਤੇ ਗਰਾਊਂਡ, ਇਹਨੂੰ ਅੰਡਰਗਰਾਊਂਡ ਮੈਂਬਰ ਵੀ ਕਹਿ ਸਕਦੇ ਆ। ਔਰ ਇਹ ਕਾਫੀ ਐਕਟਿਵ ਹੈ। ਹਮੇਸ਼ਾ ਹੀ ਇਹਨੂੰ ਇੱਕ ਵਾਰ ਉਲਟਾ ਸਿੱਧਾ ਬੋਲਣ ਤੇ ਸਿਰਫ ਸਿੱਖ ਨੌਜਵਾਨਾਂ ਨੇ ਡਾਂਟਿਆ ਸੀ ਕੁਛ ਪਤਾ। ਉਸ ਤੋਂ ਬਾਅਦ ਕਦੇ ਵੀ ਇਸ ਨੂੰ ਨਾ ਤਾਂ ਕਿਸੇ ਨੇ ਡਾਂਟਿਆ ਨਾ ਕੋਈ ਅਟੈਕ ਕੀਤਾ ਵਾ। ਹੁਣ ਵੀ ਇਹਨੇ ਅਟੈਕ ਆਪਣੇ ਤੇ ਆਪ ਹੀ ਕਰਵਾਇਆ। ਤੇ ਦੇਖੋ ANI ਪਹੁੰਚ ਗਈ, ਇੰਡੀਅਨ ਏਜੰਸੀ ਪਹੁੰਚ ਗਈ ਉਹਦੇ ਇੰਟਰਵਿਊ ਲਈ। ਕਿਉਂ ਪਹੁੰਚ ਗਈ? ਕਿਉਂਕਿ ਪ੍ਰੋਪੇਗੈਂਡਾ ਤੋਂ ਫੈਲਾਉਣਾ ਹੈ। ਪ੍ਰੋਪੇਗੈਂਡਾ ਫੈਲਾਉਣਾ ਹੈ ਤੇ ਆਪਣੇ ਏਜੰਟਾਂ ਤੋਂ ਫੈਲਾਉਣਾ ਹੈ। ਹੋਰ ਕਿਵੇਂ ਫੈਲਾਉਣਗੇ? ਹੁਣ ਕੈਨੇਡੀਅਨ ਜਾਂ ਯੂਕੇ ਵਾਲੇ ਅੰਗਰੇਜ਼ ਤਾਂ ਇਹਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡੇ 'ਚ ਇਹਨਾਂ ਦਾ ਸਾਥ ਨਹੀਂ ਦੇਣਗੇ। ਇਹਨਾਂ ਦੇ ਪਲਾਂਟ ਕੀਤੇ ਏਜੰਟ ਹੀ ਉਹਦੇ ਸਾਥ ਦੇਣਗੇ। ਉਹੀ ਇੱਕ ਬਾਹਮਣੀ ਆ ਅਨੀਤਾ ਅਗਨੀਹੋਤਰੀ, ਜੋ ਨੈਂਸੀ ਗਰੇਵਾਲ ਬਣ ਕੇ ਉਲਟਾ ਸਿੱਧਾ ਬੋਲਦੀ ਆ, ਤੇ ਕਿ ਹਰਮਨ ਤੇ ਹਾਲੇ ਹੋਰ ਵੀ ਹੈ, ਪਰ ਉਹ ਵੀ ਮੌਕੇ ਤੇ ਕੰਮ ਆਉਣਗੇ ਇਹਨਾਂ ਦੇ। ਪਰ ਇਹਨੂੰ ਨਾ ਤਾਂ ਤੁਸੀਂ ਸਿੱਖ ਸਮਝੋ ਹਰਮਨ ਨੂੰ, ਤੇ ਨਾ ਇਹ ਪੰਜਾਬੀ ਨਾਲ ਇਹਦਾ ਕੋਈ ਲੈਣਾ ਦੇਣਾ ਹੈ, ਨਾ ਇਹਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਹੈ। ਨਾ ਕਦੇ ਪੰਜਾਬ ਆਇਆ, ਨਾ ਕਦੇ ਦੇਖਿਆ। ਇਹ ਸਿੱਧਾ ਅਫਗਾਨਿਸਤਾਨ ਤੋਂ ਗਿਆ ਸੀ ਦਿੱਲੀ ਔਰ ਦਿੱਲੀੋਂ ਚਲੇ ਗਿਆ ਯੂਕੇ। ਇਹਨੂੰ ਨਾ ਪੰਜਾਬ ਦੇ ਕਿਸੇ ਮਕਸਦ ਨਾਲ, ਨਾ ਮਤਲਬ, ਨਾ ਮਸਲੇ ਨਾਲ, ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ। ਇਹਨੂੰ ਅੱਛਾ ਪੈਸਾ ਮਿਲਦਾ ਵਾ। ਯੂਕੇ ਦੇ ਵਿੱਚ ਵੀ ਇਹ ਜੋ ਹੈ ਟੈਕਸ ਚੋਰੀ ਕਰਕੇ ਨੇ ਕਾਫੀ ਪ੍ਰਾਪਰਟੀ ਬਣਾਈਆਂ, ਔਰ ਇਸ ਲਈ ਬਣਾਈਆਂ ਕਿਉਂਕਿ ਸਪੋਰਟ ਬਹੁਤ ਮਿਲੀ ਆ। ਏਜੰਟ ਸੀਗਾ ਤਾਂ ਸਪੋਰਟ ਪੈਸਾ ਕਾਫੀ ਇੱਧਰੋਂ ਵੀ ਗਿਆ। ਤੇ ਆਪਣੇ ਏਜੰਟਾਂ ਦਾ ਹਰ ਏਜੰਸੀ ਖਿਆਲ ਰੱਖਦੀ ਆ, ਕਿਉਂਕਿ ਉਹਨੇ ਉੱਥੇ ਸੁਟੇਬਲ ਕਰਨੇ ਹੁੰਦੇ, ਉਹਦੇ ਐਡਜਸਟ ਕਰਨੇ ਹੁੰਦੇ ਬੰਦੇ। ਤੇ ਇਹ ਬਹੁਤ ਹੀ ਖਤਰਨਾਕ ਕਿਸਮ ਦਾ ਮਤਲਬ ਪ੍ਰੋਪੇਗੈਂਡਾ ਫੈਲਾ ਰਿਹਾ ਵਾ ਇਹ ਆਦਮੀ। ਇਸ ਤੋਂ ਸਾਰੇ ਸਿੱਖਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਤੇ ਕਿਸੇ ਨੇ ਵੀ ਕੋਈ ਅਟੈਕ ਨਹੀਂ ਕੀਤਾ। ਜੋ ਵੀ ਅਟੈਕ ਹੋ ਰਿਹਾ ਆਪ ਕਰਵਾ ਰਿਹਾ, ਆਪ ਸ਼ੋਅ ਕਰ ਰਿਹਾ ਵਾ, ਆਪ ਪ੍ਰੋਪੇਗੈਂਡਾ ਫੈਲਾ ਰਿਹਾ। ਇੱਥੇ ਕੋਈ ਵੀ ਅਟੈਕ ਸਿੱਖਾਂ ਨੇ ਕਿਸੇ ਨੇ ਵੀ ਨਹੀਂ ਕੀਤਾ। ਹਾਂ, ਗਲਾਸਗੋ ਗੁਰਦੁਆਰੇ ਦੇ ਵਿੱਚੋਂ ਜੋ ਇੰਡੀਅਨ ਐਂਬੈਸਡਰ ਸੀ, ਡਿਪਲੋਮੈਟ ਸੀ, ਉਹਨੂੰ ਵਾਪਸ ਜ਼ਰੂਰ ਭੇਜਿਆ ਲੋਕਾਂ ਨੇ, ਕਿਉਂਕਿ ਇਹ ਸਾਊਥਹਾਲ ਗੁਰਦੁਆਰੇ ਦੇ ਵਿੱਚ ਪਹਿਲਾਂ ਹੀ ਇੱਕ ਮਤਾ ਪਾਸ ਹੋ ਚੁੱਕਾ ਸੀ ਕਿ ਕੋਈ ਵੀ ਭਾਰਤੀ ਡਿਪਲੋਮੈਟ ਨਾ ਤਾਂ ਉਹਨੂੰ ਗੁਰਦੁਆਰੇ 'ਚ ਬੋਲਣ ਦਿੱਤਾ ਜਾਏਗਾ, ਨਾ ਹੀ ਸਨਮਾਨ ਦਿੱਤਾ ਜਾਵੇਗਾ। ਹਾਂ, ਗੁਰਦੁਆਰੇ ਸਾਹਿਬ ਵਿੱਚ ਕੋਈ ਵੀ ਆ ਸਕਦਾ, ਉਹ ਤੋਂ ਕੋਈ ਇਤਰਾਜ਼ ਨਹੀਂ ਹੈ, ਕੋਈ ਵੀ ਲੰਗਰ ਛਕ ਸਕਦਾ ਵਾ। ਪਰ ਇਹ ਸਨਮਾਨ ਲੈਣ ਲਈ, ਚਾਹ ਪਾਣੀ ਪੀਣ ਲਈ, ਕਿਸੇ ਕੰਮ ਲਈ ਆਇਆ ਸੀ, ਅਨਾਉਂਸਮੈਂਟ ਕਰਨ ਲਈ, ਤੇ ਇਹਨੂੰ ਤਾਂ ਕਰਕੇ ਭਜਾ ਦਿੱਤਾ ਸੀਗਾ। ਨਹੀਂ ਤਾਂ ਹੋਰ ਕਿਸੇ ਨਾਲ ਕੋਈ ਬਦਸਲੂਕੀ ਨਹੀਂ ਹੋਈ। ਔਰ ਯੂਕੇ ਪੁਲਿਸ ਨੇ ਵੀ ਕਿਹਾ ਕਿ ਕੋਈ ਬਦਸਲੂਕੀ ਨਹੀਂ ਹੋਈ ਹੈ। ਔਰ ਇਹ ਹਰਮਨ ਤੋਂ ਬਚਣ ਦੀ ਜ਼ਰੂਰਤ ਹੈ। ਇਹ ਬਹੁਤ ਖਤਰਨਾਕ ਕਿਸਮ ਦੇ ਸਪੋਲੇ ਆ ਜੋ ਦੱਸਣ ਦੀ ਕੋਸ਼ਿਸ਼ ਕਰਦੇ ਆ। ਇਹ ਗੁਰਦੁਆਰਾ ਸਾਹਿਬ ਨੂੰ ਗੰਦ ਘਰ ਦੱਸਦੇ ਆ। ਇਹ ਹਰਮਨ ਹੈ ਜਿਹੜਾ, ਤੁਸੀਂ ਸੋਚ ਲਓ ਕਿ ਸਿੱਖ ਕਿਵੇਂ ਹੋ ਸਕਦਾ ਜਿਹੜਾ ਗੁਰਦੁਆਰੇ ਸਾਹਿਬ ਨੂੰ ਗੰਦ ਘਰ ਦੱਸਦੇ ਆ। ਇਹ ਵੀ ਤੇ ਅਨੀਤਾ ਅਗਨੀਹੋਤਰੀ ਉਰਫ ਨੈਂਸੀ ਗਰੇਵਾਲ, ਇਹ ਦੋਵੇਂ ਗੁਰਦੁਆਰਾ ਸਾਹਿਬ ਨੂੰ ਗੰਦ ਘਰ ਦੱਸਦੇ ਆ। ਤੁਸੀਂ ਸੋਚ ਲਓ ਕਿ ਸਿੱਖ ਕਿਵੇਂ ਹੋ ਸਕਦੇ ਆ। ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਆ ਸੁਣੋ ਉਹਦੀ ਵੀਡੀਓ। अपने फैमिली के साथ। हरमन जी 26 साल से आप यूके में रह रहे हैं और रीज में उठ रही है। आपका एक्सपीरियंस कैसा रहा है पिछले 1.5 साल में? क्या कुछ आपके साथ घटित हुआ है या क्या कुछ हुआ है, थोड़ा बताइए यूके में जरा। यूके में ये कुछ पिछले 1.5 साल से खालिस्तान मूवमेंट फिर से जाग गई थी, तो मैंने इनिशियली ध्यान नहीं दिया। मगर एक रोज मेरी बेटी ने क्वेश्चन पूछ लिया मेरे से कि पापा ये जो आजकल ये सिख ये देख रही है ऑनलाइन, तिरंगा झंडे को आग लगा रहे हैं, पैरों पे रोंद रहे हैं, लड़ रहे हैं, हमले कर रहे हैं कॉन्सुलेट्स पे। मैंने ऐसे से कभी देखे नहीं आज तक। कौन है ये लोग? जब मुझे मालूम था खालिस्तान के बारे में, लेकिन मैंने कभी बात छेड़ी नहीं क्योंकि बाहर चल रहा था सब कुछ। लेकिन अपने बच्चे ने जब सवाल पूछा तो मुझे जरूरी लगा
दे शुड नो कि ये चीज़ क्या है, कल को मेरे बच्चे कल को कोई भटक ना जाए। तो उसके ऊपर मैंने एक डाल दी वीडियो जो हो गई वायरल, जिसमें मैंने खालिस्तानी को बोला जिसको खालिस्तान चाहिए वापस जाके वहीं मांगो, यहाँ बैठ के मत मांगो, क्योंकि आग जो लग रही है आप तो यहाँ बैठे हो आराम से, लेकिन लोग जलेंगे हिंदुस्तान के अंदर। अगर आग लगाई आपने है तो जलो भी आप। तो ये वीडियो वायरल हो गया। उसके बाद पिछले 9 महीने से मेरे पे धमकियां, अटैक्स और ना जाने क्या क्या नहीं किया इन लोगों ने मुझे चुप कराने के लिए। गलती की थी, मैंने एक सच बोल दिया था जो सच उनको समझ में नहीं आया। तो ये बताइए कि आपने कहा कि आपके ऊपर अटैक हुए हैं, वर्बली आपको कुछ बोला गया जाता था या घर पे जाके कुछ अटैक होता था, किस तरह के अटैक्स आपके ऊपर हुए और क्यों हुए? क्या इसीलिए कि आपने वीडियो वायरल कर दिया था उनके अगेंस्ट में? मुझे मालूम नहीं था कि मेरा वीडियो हो जाएगा वायरल। मैं फैमिली मैन था, एक जो सच्चाई है वो मेरे बयान की, और सच्चाई अगर आप बोलोगे तो लोग सुनते हैं, तभी ये वीडियो वायरल हुआ। वो लोग चाहते थे कि मैं वीडियो वापस हटा लूँ ऑनलाइन से और इनसे माफी मांगू। मैंने कहा इट्स नॉट पॉसिबल, क्योंकि मैं झूठ नहीं बोला। धमकियां दी, मुझे पैर लगा के मैं इंग्लैंड में रह रहा हूँ, लंदन में बहुत सेफ हूँ, लेकिन मेरी बहुत बड़ी गलतफहमी थी। शुरू में ये धमकियां फोटो पे थी, ऑनलाइन थ्रेट्स थे, मेंटली टॉर्चर किया उन्होंने, बहुत हद तक करके उन्होंने काम किया है। लेकिन एक दिन उन्होंने मेरे पे अटैक कर दिया। 25 फरवरी 2023 को पहला अटैक किया मेरे पे। उसके बाद से मैंने लड़ाई फिर आगे ले जाके मैं चाहता हूँ ये खत्म हो, क्योंकि जिन लोगों ने हमला किया वो सिख के रूप में आए थे, और एक सच्चा सिख जिसको मेरे गुरु गोबिंद सिंह ने बनाया है, वो किसी मजलूम पे, किसी की बहू बेटी पे कभी अटैक नहीं करेगा। और वो लड़ाई मेरे बच्चों ने कहा, मेरी बीवी ने कहा, वी हैव टू फाइट, बिकॉज ये लोग सिख कौम को बदनाम कर रहे हैं, साथ साथ हिंदुस्तान को बदनाम कर रहे हैं, हिंदू को बदनाम कर रहे हैं अपने फायदे के लिए। क्योंकि सिख कभी किसी पे हमला नहीं करता, किसी कमजोर पे हमला नहीं करता, किसी बहू बेटी की इज्जत नहीं उतारता। तो वी हैव टू फाइट फॉर आवर फेथ एंड आवर कंट्री। ये बताइए कि जब आपके ऊपर हमला हुआ तो अधिकारियों से बातचीत की, क्या उन्होंने कुछ एक्शन लिया? उन्होंने एक्शन कुछ नहीं लिया, सिर्फ रिपोर्ट लिखी। इवन मैंने सबको उनके एड्रेस दिए, नाम पते दिए। आज तक वो लोग खुला घूम रहे हैं और पुलिस उनको अरेस्ट नहीं कर रही। पुलिस का सपोर्ट नहीं मिला? पुलिस का सपोर्ट मुझे नहीं है, उनको है, खालिस्तानियों को। अच्छा, ऐसा क्यों लगता है आपको? मैं एक आम नागरिक हूँ, अगर मेरे पे किसी और ने अटैक किया होता तो वो शायद अरेस्ट हो गया होता, लेकिन खालिस्तानीज आई थिंक आर देयर पॉलिटिकल एसेट्स देयर। अगर आपके एक नागरिक पे कोई हमला कर रहा है, ये इस कंट्री का कानून है कि उसको जाके अरेस्ट करे, उससे जाके बात करे, उसको रोके। लेकिन मेरे केस में आज तक किसी पुलिस वाले ने एक भी इस खालिस्तानी या